ਅੰਮ੍ਰਿਤਸਰ ਜ਼ਹਿਰੀਲੀ ਸ਼ਰਾਬ ਦੇ ਨਾਲ ਹੁਣ ਤੱਕ 14 ਲੋਕਾਂ ਦੀ ਮੌਤ, 6 ਦੀ ਹਾਲਤ ਗੰਭੀਰ। ਪੱਠੇ ਤੇ ਕੰਮ ਕਰਦੇ ਸਨ ਮਰਨ ਵਾਲੇ ਸਾਰੇ ਲੋਕ। ਜ਼ਹਿਰੀਲੀ ਸ਼ਰਾਬ ਮਾਮਲੇ 'ਚ ਵੱਡਾ ਐਕਸ਼ਨ, ਪੁਲਿਸ ਨੇ ਮੇਨ ਸਪਲਾਇਰ ਸਣੇ 6 ਮੁਲਜ਼ਮਾਂ ਨੂੰ ਕੀਤਾ ਕਾਬੂ। ਵੱਖ-ਵੱਖ ਪਿੰਡਾਂ 'ਚ ਸਪਲਾਈ ਕਰਦੇ ਸੀ ਨਕਲੀ ਸ਼ਰਾਬ। ਜ਼ਹਿਰੀਲੀ ਸ਼ਰਾਬ ਕਾਂਡ ਦੇ ਵਿਰੋਧੀਆਂ ਨੇ ਘੇਰੀ ਪੰਜਾਬ ਸਰਕਾਰ। ਵੜਿੰਗ ਬੋਲੇ ਸਰਕਾਰ ਦਾ ਯੁੱਧ ਨਸ਼ੇ ਵਿਰੁੱਧ ਹੋਇਆ ਫੇਲ, ਤਾਂ ਪੰਜਾਬ ਸਰਕਾਰ ਦਾ ਦਾਅਵਾ ਬਖਸ਼ੇ ਨਹੀਂ ਜਾਣਗੇ ਸ਼ਰਾਬ ਮਾਫੀਆ। ਪਹਿਲਗਾਮ ਹਮਲੇ 'ਚ ਸ਼ਾਮਲ 3 ਅੱਤਵਾਦੀਆਂ ਦੀ ਭਾਲ ਤੇਜ਼, ਪੁਲਿਸ ਨੇ ਸਾਊਥ ਕਸ਼ਮੀਰ 'ਚ ਲਗਾਏ ਅੱਤਵਾਦੀਆਂ ਦੇ ਪੋਸਟਰਸ, 20 ਲੱਖ ਦਾ ਰੱਖਿਆ ਇਨਾਮ। ਸਿੰਧੂ ਸਮਝੌਤੇ ਨੂੰ ਲੈ ਕੇ ਭਾਰਤ ਦੇ ਫੈਸਲੇ ਤੇ ਬੌਖਲਾਇਆ ਪਾਕਿਸਤਾਨ। ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਦਿੱਤੀ ਗਿੱਦੜ ਧਮਕੀ, ਕਿਹਾ ਸਿੰਧੂ ਸਮਝੌਤੇ ਦਾ ਉਲੰਘਣ ਮੰਨਿਆ ਜਾਵੇਗਾ ਯੁੱਧ। ਫਿਰੋਜ਼ਪੁਰ 'ਚ ਪਾਕਿਸਤਾਨੀ ਡਰੋਨ ਕਾਰਨ ਲੱਗੀ ਅੱਗ 'ਚ ਝੁਲਸਣ ਕਾਰਨ ਮਹਿਲਾ ਦੀ ਮੌਤ, ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ। 9 ਮਈ ਨੂੰ ਘਰ ਤੇ ਡਿੱਗਿਆ ਸੀ ਪਾਕਿਸਤਾਨੀ ਡਰੋਨ। ਬਨਾਰਸ ਦਿਨ ਚੜ੍ਹਦੇ ਹੀ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਠਭੇੜ, ਪੈਰ 'ਚ ਗੋਲੀ ਮਾਰ ਪੁਲਿਸ ਨੇ ਭਗੌੜੇ ਗੈਂਗਸਟਰ ਲਵਪ੍ਰੀਤ ਉਰਫ ਜੈਟੋ ਕੀਤਾ ਗ੍ਰਿਫਤਾਰ। ਗੈਂਗਸਟਰ ਖਿਲਾਫ ਹੱਤਿਆ ਜਬਰਨ ਵਸੂਲੀ ਦੇ ਕਈ ਮਾਮਲੇ ਦਰਜ। ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਅੱਤਵਾਦੀ ਕੀਤਾ ਗ੍ਰਿਫਤਾਰ। ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀ ਹਰਵੰਤ ਸਿੰਘ। CBSE ਅੱਜ ਜਾਰੀ ਕਰ ਸਕਦਾ ਹੈ 10ਵੀਂ ਤੇ 12ਵੀਂ ਦਾ ਰਿਜ਼ਲਟ। 42 ਲੱਖ ਵਿਦਿਆਰਥੀਆਂ ਨੇ ਦਿੱਤੀ ਹੈ ਪ੍ਰੀਖਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਜ਼ਿਕਰ ਕਰਾਂਗੇ ਜ਼ਹਿਰੀਲੇ ਜਾਮ ਦਾ, ਕਿਉਂਕਿ ਇसी ਜ਼ਹਿਰੀਲੇ ਜਾਮ ਨੇ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਜ਼ਹਿਰੀਲੇ ਜਾਮ ਕਰਕੇ ਹੀ 14 ਲੋਕਾਂ ਦੇ ਵੱਲੋਂ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ। ਪੂਰਾ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਹਲਕੇ ਦਾ ਹੈ, ਜਿੱਥੇ ਕਿ ਜ਼ਹਿਰੀਲੀ ਸ਼ਰਾਬ ਦਾ ਕਹਿਰ ਇੱਕ ਵਾਰ ਫਿਰ ਤੋਂ ਵੇਖਣ ਨੂੰ ਮਿਲਿਆ। ਮਜੀਠਾ 'ਚ ਜ਼ਹਿਰੀਲੀ ਸ਼ਰਾਬ ਦੇ ਨਾਲ 14 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 6 ਦੀ ਹਾਲਤ गंभीर बनी हुई है, क्रिटिकल बनी हुई है। पट्टे ते मजदूरी करते सन मरण वाले सारे ही लोग जो कि इस पूरी ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋਏ ਨੇ। ਹਲਕਾ ਮਜੀਠਾ ਦੇ ਪਿੰਡ ਮਰੜੀ ਕਲਾ, ਪੰਗਾਲੀ, ਟੱਪਰੀਆ, ਪਤਾਲਪੁਲੀ, ਥਰੀਆਂਵਾਲਾ 'ਚ ਮੌਤਾਂ ਹੋਈਆਂ ਨੇ ਤੇ ਵੱਖ-ਵੱਖ ਥਾਵਾਂ ਤੇ ਪੁਲਿਸ ਪ੍ਰਸ਼ਾਸਨ ਅਲਰਟ ਹੈ। ਡਿਪਟੀ ਕਮਿਸ਼ਨਰ ਖੁਦ ग्राउंड लेवल ਤੇ ਉਤਰੇ ਹੋਏ ਨੇ। ਵੱਖ-ਵੱਖ ਪਿੰਡਾਂ 'ਚ ਜਾ ਕੇ ਡੋਰ ਟੂ ਡੋਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਜੇ ਕੋਈ ਵੀ ਸਿੰਪਟਮ ਕਿਸੇ ਵੀ ਸ਼ਖਸ ਨੂੰ ਨਜ਼ਰ ਆ ਰਹੇ ਨੇ ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਕੀਤਾ ਜਾਏ। ਰਾਤ ਵੇਲੇ ਵੀ ਵੱਖ-ਵੱਖ ਪਿੰਡਾਂ ਤੇ ਜੋ ਪ੍ਰਭਾਵਿਤ ਹੋਏ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ, ਉਹਨਾਂ ਪਿੰਡਾਂ 'ਚ ਬਕਾਇਦਾ ਪੁਲਿਸ ਦੇ ਵੱਲੋਂ, ਡਿਪਟੀ ਕਮਿਸ਼ਨਰ ਦੇ ਵੱਲੋਂ ਅਨਾਉਂਸਮੈਂਟ ਕਰਵਾਈ ਗਈ ਹੈ ਕਿ ਜੇ ਕਿਸੇ ਨੂੰ ਕੋਈ ਵੀ ਤਕਲੀਫ ਆ ਰਹੀ ਹੈ, ਪੇਸ਼ ਆ ਰਹੀ ਹੈ, ਸਿੰਪਟਮਸ ਨਜ਼ਰ ਆ ਰਹੇ ਨੇ ਤਾਂ ਤੁਰੰਤ ਡਾਕਟਰਸ ਦੀ ਟੀਮ ਨੂੰ ਸੰਪਰਕ ਕੀਤਾ ਜਾਏ। ਕਿਉਂਕਿ ਪਹਿਲੀ ਮੌਤ ਕੱਲ ਸਵੇਰੇ 11 ਵਜੇ ਹੋਈ ਦੱਸੀ ਜਾ ਰਹੀ ਹੈ। ਉਸ ਤੋਂ ਬਾਅਦ ਇੱਕ ਹੋਰ ਮੌਤ ਹੋਈ। ਜਦੋਂ ਦੂਸਰੀ ਤੀਸਰੀ ਮੌਤ ਹੋਈ ਤੇ ਪਿੰਡ ਦੇ ਲੋਕਾਂ ਦੇ ਵੱਲੋਂ DSP ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ। DSP ਮੌਕੇ ਤੇ ਪਹੁੰਚੇ ਤੇ ਕਿਸ ਤਰੀਕੇ ਨਾਲ ਰਾਤ ਨੂੰ ਤਕਰੀਬਨ 9:30 ਤੋਂ ਲੈ ਕੇ 10 ਵਜੇ ਤੱਕ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚੀ ਤੇ ਮੁੱਖ ਮੁਲਜ਼ਮ ਸਣੇ 6 ਲੋਕਾਂ ਦੀ ਗ੍ਰਿਫਤਾਰੀ ਆਲਰੇਡੀ ਇਸ ਪੂਰੇ ਮਾਮਲੇ 'ਚ ਕੀਤੀ ਜਾ ਚੁੱਕੀ ਹੈ। ਹਲਕਾ ਮਜੀਠਾ ਦੇ ਪਿੰਡ ਮਰੜੀ ਕਲਾ, ਪੰਗਾਲੀ, ਟੱਪਰੀਆਂ, ਪਤਾਲਪੁਰੀ, ਥਰੀਆਂਵਾਲਾ 'ਚ ਮੌਤਾਂ ਹੋਈਆਂ ਨੇ। ਇਹ ਆંકੜਾ ਹੋਰ ਵੀ ਵੱਧ ਸਕਦਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਖੁਦ ਗਰਾਊਂਡ ਜ਼ੀਰੋ ਤੇ ਉਤਰੇ। ਵੱਖ-ਵੱਖ ਜੋ ਟੀਮਾਂ ਨੇ ਪ੍ਰਸ਼ਾਸਨ ਦੀਆਂ, ਪੁਲਿਸ ਦੀਆਂ, ਉਹ ਵੀ ਮੌਕੇ ਤੇ ਉਤਰੀਆਂ ਹੋਈਆਂ ਨੇ। ਕਿਸ ਤਰੀਕੇ ਨਾਲ ਜੋ ਮੁੱਖ ਮੁਲਜ਼ਮ ਹੈ ਸਾਹਿਬ ਸਿੰਘ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੇਨ ਮੈਨੂਫੈਕਚਰ ਤੋਂ ਸਾਹਿਬ ਸਿੰਘ ਪੂਰੀ ਸ਼ਰਾਬ ਲੈ ਕੇ ਆਉਂਦਾ ਸੀ। ਜ਼ਹਿਰੀਲੀ ਸ਼ਰਾਬ ਰਾਜਸਥਾਨੀ ਦੇ ਨਾਲ ਹੀ ਸੰਬੰਧਿਤ ਹੈ। ਕੈਨ 'ਚ ਲੈ ਕੇ ਆਉਂਦਾ ਸੀ ਸ਼ਰਾਬ, ਇਸ ਨੂੰ ਡਾਇਲੂਟ ਕਰਦਾ ਸੀ ਕਿਸੇ ਕੈਮੀਕਲ ਦੇ ਨਾਲ ਤੇ ਅੱਗੇ ਡਿਸਟ੍ਰੀਬਿਊਟਰਸ ਨੂੰ ਦਿੰਦਾ ਸੀ। ਡਿਸਟ੍ਰੀਬਿਊਟਰਸ ਅੱਗੇ ਪੈਕਟਾਂ 'ਚ ਇਹਨੂੰ ਬੰਦ ਕਰਕੇ ਜ਼ਹਿਰੀਲੀ ਸ਼ਰਾਬ ਨੂੰ, ਨਕਲੀ ਸ਼ਰਾਬ ਨੂੰ ਵੇਚਦੇ ਸੀ। ਤੇ ਹੁਣ ਇਸ ਪੂਰੇ ਮਾਮਲੇ 'ਚ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਜੋ ਲੋਕ ਨੇ ICU 'ਚ ਭਰਤੀ ਨੇ, ਇੰਟੈਂਸਿਵ ਕੇਅਰ ਯੂਨਿਟ 'ਚ, ਜਿੱਥੇ ਉਹਨਾਂ ਦੀ ਜੋ ਹਾਲਤ ਹੈ ਗੰਭੀਰ ਦੱਸੀ ਜਾ ਰਹੀ ਹੈ। ਤੇ ਕਿਸ ਤਰੀਕੇ ਨਾਲ ਇਸ ਪੂਰੇ ਵੱਡਾ ਨੈਟਵਰਕ ਜੋ ਹੈ ਉਹ ਚਲਾਇਆ ਜਾ ਰਿਹਾ ਸੀ। ਹਾਲਾਂਕਿ ਜੋ ਲੋਕਲ ਕਿੰਗਪਿਨ ਹੈ ਉਸਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ। ਉਸ ਦੇ ਨਾਲ ਹੀ 6 ਹੋਰ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ। गिरफ्तार लोगों चो एक महिला भी शामिल है। दस दे कि जिस महिला को गिरफ्तार किया गया जो एक पूरे नैक्सस शामिल सी, उसके पति की भी जहरीली शराब पीन करके मौत हो चुकी है। SSP खुद मौके पर पहुंचे, उन्होंने इस गल का जिक्र किया कि किस तरीके नाल जो वख-वख धारावां के तहत पूरा मामला जो है वो
दर्ज कर लिया गया है। मुलजमान नूं बख्शिया नहीं जाएगा। तो इस पूरे मामले पंजाब सरकार भी सख्त नजर आ रही है। किस तरीके नाल एक्शन लिया गया है ते 6 लोगों की गिरफ्तारी हो चुकी है। जो मेन सप्लायर सी मुख मुलजम साहब सिंह उसकी भी गिरफ्तारी पुलिस के वलों की जा चुकी है। जहरीला जाम असीं इस करके जिक्र कर रहे क्योंकि ऐसी जहरीले जाम ने 14 लोगों की जान ले ली है। 14 लोगों की मौत हो चुकी है। 6 की हालत बिल्कुल ही गंभीर जो है क्रिटिकल बनी हुई है। मेरे सहयोगी राजीव शर्मा लाइव जुड़े हुए ने ते मैं अपने सहयोगी दा रुख करांगी, पर उस तो पहला डिप्टी कमिश्नर दे वलों की कुछ किया गया। जो पुलिस के आला अधिकारी मौके ते पहुंचे सी उन्हां दे वलों की कुछ किया गया, पहले सुन लेते। देखिए जी, हमें कल रात को अराउंड 9:30 हमें एक इन्फॉर्मेशन मिलती है कि यहाँ पे स्पिरिट्स लिकर पी के लोगों की डेथ्स होनी शुरू हो गई हैं। हमें जैसे इन्फॉर्मेशन मिलती है हम तुरंत कार्रवाई करते हुए हमने जो यहाँ के लोकल जो इन्फॉर्मेशन के मुताबिक 4 लोग थे उनको हमने इमीडिएटली राउंड अप कर लिया। उनसे फिर हमने पता करा तहकीकात में कि यहाँ पे जो मेन सप्लायर है यहाँ का प्रभजीत सिंह, जो पंगाली गांव का है रहने वाला, पंगवा गांव का रहने वाला है, उसको हमने अरेस्ट किया। फिर उससे पूछा तो यहाँ का जो किंग पिन है सप्लायर साहब सिंह है, राजस्थान का रहने वाला, उसको भी हमने राउंड अप कर लिया और उससे हम छानबीन कर रहे हैं कि उसने कहाँ से मंगाया, आउटसाइड डिस्ट्रिक्ट मंगाया, आउटसाइड स्टेट मंगाया। तो जितनी भी फर्म से उन्होंने मंगाया हम पूरी की पूरी जितनी है इन फर्म्स को डिस्ट्रीब्यूशन जो इनकी मशीनरी है इनको पूरा का पूरा इनको हम डिस्ट्रॉय कर देंगे। हमें पंजाब गवर्नमेंट की तरफ से स्ट्रिक्ट इंस्ट्रक्शंस हैं कि ये जो ऐसी कार्रवाई कर रहे हैं, जो ऐसी इलिसिट लिकर जो लोगों को सेवन करा रहे हैं, तो उनके खिलाफ सख्त से सख्त कार्रवाई करी जाए। और हमने जैसे मैंने बताया आपको जो मेन किंग पिन है उसको भी हमने राउंड अप कर लिया है और जितनी फर्म्स हैं बाहर की हमारी टीम्स इमीडिएटली मूव हो चुकी हैं। जो फर्म्स के वो जो मैन्युफैक्चरर्स हैं उनको भी जल्दी ही राउंड अप किया जाएगा। और ये घटनाक्रम में हमने 2 FIR रजिस्टर करी हैं, बहुत ही स्ट्रिंजेंट सेक्शंस के अगेंस्ट करी हैं और इनको ये पूरा जो डिस्ट्रीब्यूशन नेटवर्क है इसको हम डिस्ट्रॉय करेंगे। तो इसमें कितने बंदे मारे, कितने इंजर्ड हुए, कौन सी देसी दारू या इंग्लिश वाइन? इसकी जो बताने मुताबिक ये इन्होंने ऑनलाइन मेथनॉल ऑर्डर करी थी और उसको फिर ये एक कैन में लेके आया था और जो लोकल डिस्ट्रीब्यूटर था जिसका मैंने नाम आपको प्रभजीत बताया, प्रभजीत ने इसको डाइल्यूट करके अपने जो डिस्ट्रीब्यूटर्स हैं उसको दे दिया था और फिर वो इनके पैकेट्स बना के इन लोगों को बेच रहे थे। और ये भोले लोग जो मेहनत मजदूरी करके रात को ये इन्होंने शराब पी, उससे इनकी डेथ हो गई। हमारी तरफ से सिविल एडमिनिस्ट्रेशन के साथ डोर टू डोर जाया जा रहा है और जितने लोग इसमें अफेक्टेड हो सकते हैं उनको भी हम काबू करने की कोशिश कर रहे हैं। उनको हम कह रहे हैं कि आप अपना इलाज कराइए ताकि ज़्यादा से ज़्यादा हम कैजुअलिटीज़ को बचा सकें। मेरे सहयोगी राजीव शर्मा लाइव जुड़े हुए ने। राजीव, जानना चाहांगे 14 लोगों की मौत हो चुकी है, 6 की हालत गंभीर है। लाइव तस्वीर असीं तुहानूं विखा रहे किस तरीके नाल 70 इन्हां घरां च विच गए ने जिन्हां दे अपनिਆਂ दी मौत हो चुकी है। राजीव की कुछ इत्थे स्थिति, क्योंकि चंद पैसों करके अब पूरा वड्डा नैक्सस जहरीली शराब का चलाया जा रहा सी। बिल्कुल इस वेले तस्वीरों के तुसीं देख सकते कि जिहड़े DIG ने और SSP खुद उन्हां पिंडां दा दौरा करते हुए नजर आ रहे हैं। DC भी तुसीं देखो कि इस वेले परिवार दे नाल दुख साझा किया जा रहा उन्हां वल्लों। तां बड़ा ही मंदभागा ये जिहड़ा घटनाक्रम वापरिया और हुण तक 14 लोग इस मामले दे विच गिरफ्तार किए जा चुके हैं। तां इस वेले तस्वीरों के तुसीं देख सकते हो कि जो अमृतसर के डिप्टी कमिश्नर ने उन्हां वल्लों परिवार दे नाल दुख साझा किया जा रहा है और हर ये भरोसा भी दिता जा रहा है कि उन्होंने हर संभव मदद जी सरकार वालों वो की जाएगी। तो ये तस्वीर इस वेले तलवंडी घुमन पिंड जो है मजीके दा ये तुसीं जी राजीव। लाइव तस्वीरां तुसीं वेख पा रहे हो, वख-वख पिंडां दा दौरा खुद कर रहे ने डिप्टी कमिश्नर साक्षी सहानी। किस तरीके नाल मृतक परिवार के मैंबरां नूं मिल रहे ने, दुख वंडाया जा रहा है। कितना किते
एक सांत्वना दी जा रही है कि जो बंदी कार्रवाई मुलजमा के खिलाफ की जाएगी, जो बंदी मदद है वो भी परिवार नूं, पीड़ित परिवारां नूं मुहैया करवाई जाएगी। तस्वीरां किस तरीके नाल परिवार च मातम दा माहौल है, सत्थर विछे होए ने क्योंकि गरीब परिवारां दे नाल संबंध रखदे सी, जिन्हां दी मौत हुई है, भट्ठे च मजदूरी करदे सी, अपने घर दा गुजारा इन्हां दे वल्लों चलाया जांदा सी। पर साक्षी सहानी तस्वीरां च नजर आ रहे ने, वख-वख पिंडां च खुद जा रहे ने क्योंकि 5 पिंड इस जहरीली शराब दे नाल प्रभावित ने। तराई कला, मरड़ी कला, पंगाली, पतालपुरी, तलवंडी घुम्मन पहुंचे ने डिप्टी कमिश्नर। परिवारक जनियां नाल मुलाकात उन्हां दे वल्लों की जा रही है, गलबात की जा रही है, दुख मनाया जा रहा है। छोटे छोटे बच्चे तस्वीरां नजर आ रहे हैं, सांत्वना दी जा रही है, एक दिलासा दिता जा रहा है, कहा जा रहा है बंदी कार्रवाई मुलजमा के खिलाफ की जाएगी। जो बंदी मदद है वो भी सरकार के वल्लों इन पीड़ित परिवारां नूं दित्ती जाएगी। तो किस तरीके दी तस्वीरां जी घर च पत्थर विछे हुए ने, गरीब परिवार सी, परिवार का गुजारा चलदा सी क्योंकि जो मैंबर सी जिन्हां दी मौत हो गई है, भट्ठे च काम करदे सी, मजदूरी करदे सी। गरीब परिवार ने जो भी दिहाड़ी कमा के अपने घर का गुजारा उन्हां दे वल्लों करवाया जांदा सी। साक्षी सहानी बेहद ही भावुक तस्वीरां क्योंकि साक्षी सहानी खुद गलबात करते हुए पीड़ित परिवार में नजर आ तलवंडी रहता तब भारत ने भी विचार किया और आगे वो कहते हैं कि फिर हमने अपनी जवाबी कार्रवाई स्थगित की। अब यहां से ये देखना है कि देश के मन में इस कार्रवाई को स्थगित करने के बाद से जो सवाल उठे हैं हर एक देशवासी के मन में, आप पार्कों में चले जाइए, आप नुक्कड़ पे चले जाइए, आप आपस के फैमिली ग्रुप्स को देख लीजिए, रिश्तेदारों के बीच जो डिस्कशंस हो रहे हैं, हर जगह कुछ सवाल घुमड़ रहे हैं लोगों के मन में। मैं आज आपके माध्यम से उन सवालों को प्रधानमंत्री जी तक भी पहुंचाना चाहता हूं और मैं वो सवाल आपके सामने रखना चाहता हूं। प्रधानमंत्री जी के भाषण के बाद कुछ सवाल देश के मन में। पहला सवाल है कि आप मानते हो कि पाकिस्तान आतंकवादी देश है, फिर अचानक से सीज फायर क्यों कर दिया गया? पूरा देश पाकिस्तान से इस लड़ाई में, टेररिज्म के खिलाफ इस लड़ाई में, टेररिज्म को नेस्तनाबूद करने के खिलाफ इस लड़ाई में, पाकिस्तान की जड़ से टेररिज्म को पूरी तरह से उखाड़ के पाकिस्तान को एक सबक सिखाने की लड़ाई में आपके साथ खड़ा था। और आपने कल अपनी स्पीच में भी कहा कि पाकिस्तान एक टेररिस्ट कंट्री है। फिर सीज फायर क्यों कर दिया? ये अचानक से सीज फायर क्यों कर दिया? तो पहली बात तो ये है कि अचानक सीज फायर क्यों। दूसरी बात कि हमारे पास अच्छा खासा स्ट्रेटेजिक एडवांस बना हुआ था। पाकिस्तान हमारे हवाई हमले झेल नहीं पा रहा था, रोक नहीं पा रहा था। पाकिस्तान को हटना चाहिए था, झुकना चाहिए था। पहलगाम हमले के आतंकवादी हमको सौंपने चाहिए थे। मोदी जी कह रहे हैं कि पाकिस्तान ने हाथ जोड़े और हम देख रहे हैं कि मोदी जी मान गए। पाकिस्तान ने हाथ जोड़े और मोदी जी मान गए। मैं यहां पूछना चाहता हूं कि पाकिस्तान के भेजे गए आतंकवादी पहलगाम में जब हमला कर रहे थे, जब लोगों को गिन गिन के मार रहे थे, उस वक्त हमारी बहनें हाथ जोड़ रही थी, गिड़गिड़ा रही थी कि मेरा सिंदूर मत उजाड़ो। पाकिस्तानी आतंकवादियों ने हमारी बहनों का गिड़गिड़ाना नहीं सुना, उन्होंने बर्बरता से उनके पति की हत्या की, उनका सिंदूर उजाड़ा। और मोदी जी कह रहे हैं कि हम बहुत स्ट्रेटेजिक एडवांस में होने के बावजूद, और सारा देश जानता है कि हमने पाकिस्तान को दांत खट्टे कर रखे थे, इतने स्ट्रेटेजिक एडवांस होने के बावजूद मोदी जी कल अपने भाषण में देश को बता रहे हैं कि पाकिस्तान ने आके हाथ जोड़े और मैं मान गया। कैसे मान गए मोदी जी? आतंकवादी तो नहीं माने थे। पाकिस्तान के भेजे हुए आतंकवादी हमारी महिलाओं का सिंदूर उजाड़ने में नहीं माने, और आप पाकिस्तान के एक बार हाथ जोड़ने पे मान गए। कैसे मान गए मोदी जी? वो नहीं माने थे। तो दूसरा सवाल हमारा ये है, जनता के मन में उमड़ रहा है। और तीसरा सवाल, अगर पाकिस्तान ने युद्ध रोकने के लिए हाथ जोड़े ही थे तो उनके प्रधानमंत्री को बुला के आपने लिखित समझौता क्यों नहीं कराया जैसा 1971 में कराया गया था? आपने कल देश को बताया अपने भाषण में कि पाकिस्तान हाथ जोड़ रहा था। यह भारतीय सेना की कामयाबी है, यह बहादुरी की कामयाबी है।
तो अगर पाकिस्तान हाथ जोड़ रहा था तो फिर उनके प्रधानमंत्री को बुला के लिखित समझौता क्यों नहीं कराया गया? और जैसा कि आप मौत है ਉਸ ਦੀ ਪੁਸ਼ਟੀ ਹੋ ਚੁੱਕੀ ਹੈ ਜਦ ਕਿ 6 ਦੇ ਕਰੀਬ ਜਿਹੜੇ ਲੋਕ ਹਸਪੀਟਲ ਦੇ ਵਿੱਚ ਦਾਖਲ ਨੇ ਤਾਂ 6 ਲੋਕ ਜਿਹੜੇ ਸਵੇਰੇ ਗ੍ਰਿਫਤਾਰ ਕੀਤੇ ਗਏ ਸੀ। ਉਸ ਤੋਂ ਇਲਾਵਾ ਜਿਹੜਾ ਮੇਨ ਕਿੰਗ ਪਿਨ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਤਾਂ ਤਸਵੀਰਾਂ ਇਸ ਵੇਲੇ ਮਜੀਠਾ ਦਾ ਪਿੰਡ ਤਲਵੰਡੀ ਖੁੰਮਣ ਜਿੱਥੇ ਪੂਰਾ ਪ੍ਰਸ਼ਾਸਨ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਜੋ ਨੇ ਉਹ ਨਜ਼ਰ ਆਏ ਔਰ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਵੀ ਭਰੋਸਾ ਜਿਹੜਾ ਉਹ ਦਿੱਤਾ ਜਾ ਰਿਹਾ। ਤਾਂ ਗੱਲਬਾਤ ਵੀ ਅਸੀਂ ਕਰਾਂਗੇ ਇੱਕ ਵਾਰ ਡੀਆਈਜੀ ਬਾਰਡਰ ਰੇਂਜ ਨੇ ਸਾਡੇ ਨਾਲ। ਸਰ ਕੀ ਅਪਡੇਟ ਹੈ ਜੀ ਹੁਣ ਤੱਕ? ਤੁਹਾਨੂੰ ਆ ਜਾਓ ਮੈਮ, ਤੁਹਾਨੂੰ ਦੱਸ ਚੁੱਕੇ ਹਾਂ ਜੀ, ਉਹੀ ਹੈ ਤਕਰੀਬਨ ਅਨਫੋਰਚੂਨੇਟ ਆ ਜੀ 14 ਡੈਥਸ ਹੋਈਆਂ ਜੀ। ਔਰ ਅਸੀਂ ਜਿਹੜੇ ਵੀ ਇਹਦੇ 'ਚ ਬੰਦੇ ਇਨਵੋਲਵ ਸੀਗੇ ਮਜੀਠੇ ਦੇ ਇਹਨਾਂ ਪਿੰਡਾਂ ਦੇ ਔਰ ਜਿਹੜਾ ਕਿੰਗ ਪਿਨ ਸੀ ਲੈ ਕੇ ਆਇਆ ਸੀ ਉਹ ਸਾਰੇ ਗ੍ਰਿਫਤਾਰ ਹੋ ਚੁੱਕੇ ਆ ਤੇ ਅਗਲੀ ਅਸੀਂ ਤਫਤੀਸ਼ ਕਰ ਰਹੇ ਆ। ਜਿਹੜੇ ਵੀ ਕੋਈ ਦੂਜੀ ਸਟੇਟ ਦੇ ਵਿੱਚ ਆ ਜਾਂ ਇੱਕ ਅੱਧਾ ਦੂਜੀ ਡਿਸਟ੍ਰਿਕਟ 'ਚ ਉਧਰ ਵੀ ਸਾਡੀਆਂ ਟੀਮਾਂ ਰਵਾਨਾ ਹੋ ਗਈਆਂ, ਉਹਨਾਂ ਨੂੰ ਅਸੀਂ ਬਹੁਤ ਛੇਤੀ ਅਰੈਸਟ ਕਰ ਲਾਂਗੇ। ਪਰ ਜਿਹੜੇ ਮੇਨ ਮੁਲਜ਼ਮ ਸੀਗੇ ਜਿਨ੍ਹਾਂ ਨੇ ਇੱਥੇ ਪਿੰਡਾਂ 'ਚ ਡਿਸਟ੍ਰੀਬਿਊਟ ਕੀਤੀ ਔਰ ਜਿਹੜਾ ਮੇਨ ਬੰਦਾ ਜਿਹੜਾ ਪਿੱਛੋਂ ਲੈ ਕੇ ਜਿਹਨੇ ਅੱਗੇ ਇਹਨਾਂ ਨੂੰ ਪ੍ਰੋਵਾਈਡ ਕੀਤੀ ਸੀ ਉਹ ਅਰੈਸਟ ਹੋ ਚੁੱਕਾ ਆ ਔਰ ਸਫੀਸ਼ੀਐਂਟ ਐਵੀਡੈਂਸ ਸਾਡੇ ਕੋਲ ਟੈਕਨੀਕਲੀ ਸਭ ਕੁਝ ਮਿਲ ਚੁੱਕਾ ਆ ਵੀ ਉਹ ਔਰ ਉਹਨਾਂ ਨੂੰ ਸਖਤ ਤੋਂ ਸਖਤ ਅਸੀਂ ਸਜ਼ਾ ਦਿਵਾਵਾਂਗੇ। ਲੇਡੀ ਵੀ ਗ੍ਰਿਫਤਾਰ? ਹਾਂ, ਇੱਕ ਲੇਡੀ ਵੀ ਗ੍ਰਿਫਤਾਰ ਹੋਈ ਆ, ਉਹ ਵੀ ਇਹ ਕੰਮ ਕਰਦੀ ਸੀ ਔਰ ਲੇਡੀ ਦੇ ਹਸਬੰਡ ਦੀ ਵੀ ਡੈਥ ਹੋ ਗਈ ਆ ਤੇ ਉਹ ਆਪ ਹੀ ਨਸ਼ੇ ਇਹੀ ਸ਼ਰਾਬ ਵੇਚਣ ਦਾ ਕੰਮ ਕਰਦੀ ਸੀ, ਉਹਨੂੰ ਵੀ ਅਰੈਸਟ ਕੀਤਾ ਸੀ। 7 ਗ੍ਰਿਫਤਾਰ? 7 ਮੁਲਜ਼ਮ ਜੀ ਇਹਨਾਂ ਪਿੰਡਾਂ ਦੇ ਜਿੱਥੇ ਅਨਫੋਰਚੂਨੇਟ ਇਨਸੀਡੈਂਟ ਹੋਇਆ ਔਰ ਜਿਹੜਾ ਮੇਨ ਕਿੰਗ ਪਿਨ ਆ ਪਿੱਛੇ ਉਹ ਹਰਸ਼ਾ ਛੀਨਾ ਦਾ ਜੀ। ਹੁਣ ਤੱਕ ਕਿੰਨੀਆਂ ਮੌਤਾਂ ਹੋ ਚੁੱਕੀਆਂ ਜੀ? 14 ਡੈਥ ਹੋਈ। ਜ਼ਖਮੀ ਜਾਂ ਹੋਰ ਕੋਈ ਹਾਂ 4-5 ਜਣੇ ਹਸਪੀਟਲ ਦਾਖਲ ਹੈਗੇ ਆ, ਉਹਨਾਂ ਦਾ ਇਲਾਜ ਚੱਲ ਰਿਹਾ ਆ। ਬਾਕੀ ਪਿੰਡਾਂ 'ਚ ਅਨਾਉਂਸਮੈਂਟ ਰਾਤ ਵੀ ਹੋ ਗਈ ਸੀਗੀ ਵੀ ਜੇ ਕੋਈ ਬਿਮਾਰ ਆ ਤੇ ਸਿਵਲ ਐਡਮਿਨਿਸਟ੍ਰੇਸ਼ਨ ਡੀਸੀ ਮੈਮ ਨੇ ਉਸੇ ਵੇਲੇ ਹਸਪੀਟਲ ਡਾਕਟਰ ਐਂਬੂਲੈਂਸਿਸ ਰਾਤ ਹੀ ਇੱਥੇ ਆ ਗਈਆਂ ਸੀਗੀਆਂ ਤੇ ਅਸੀਂ ਉਹਨਾਂ ਨੂੰ ਮੈਡੀਕਲ ਏਡ ਦੇਣੀ ਸ਼ੁਰੂ ਕਰਤੀ ਸੀ। ਕਿੰਨੇ ਕਿ ਪਿੰਡਾਂ ਦਾ ਮਾਮਲਾ ਆ ਚੁੱਕਾ ਹੈ ਸਾਹਮਣੇ? 4 ਪਿੰਡਾਂ ਦਾ। ਸਰ ਇੱਕ ਇਹ ਚੀਜ਼ ਕਨਫਰਮ ਹੋ ਗਈ ਹੈ ਕਿ ਜਿਹੜੀਆਂ ਮੌਤਾਂ ਹੋਈਆਂ ਨੇ ਇੱਕੇ ਸ਼ਰਾਬ ਦੇ ਨਾਲ ਹੋਈਆਂ ਕਿ ਹਾਂਜੀ, ਇੱਕੋ ਸ਼ਰਾਬ ਨਾਲ। ਇੱਕੋ ਸ਼ਰਾਬ ਡੀਸੀ ਵੀ ਜਿਨ੍ਹਾਂ ਨੇ ਸਪਲਾਈ ਕੀਤੀ ਸੀਗੀ ਉਹਦੇ ਵੱਲੋਂ ਹੀ ਹੋਈਆਂ ਜੀ ਸਾਰੇ। ਇੱਥੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਮੈਮ ਕੀ ਹੁਣ ਤੱਕ ਜਿਹੜੀ ਕਾਰਵਾਈ ਹੋਈ? ਹੁਣ ਤੱਕ ਜੀ ਤੁਹਾਨੂੰ ਜਿੱਦਾਂ ਸਰ ਨੇ ਦੱਸਿਆ ਹੀ ਹੈਗਾ ਕਿ ਬਹੁਤ ਹੀ ਇੱਕ ਅਨਫੋਰਚੂਨੇਟ ਇਨਸੀਡੈਂਟ ਵਾਪਰਿਆ ਹੈਗਾ ਤੇ ਅਸੀਂ ਰਾਤ ਨੂੰ ਜਦੋਂ ਸਾਨੂੰ ਮੈਸੇਜ ਮਿਲਣਾ ਸ਼ੁਰੂ ਹੋਇਆ ਸੀ ਅਸੀਂ ਉਸੇ ਟਾਈਮ ਤੇ ਆਪਣੀ ਮੈਡੀਕਲ ਟੀਮਸ ਇੱਥੇ ਡਿਪਿਊਟ ਕਰ ਦਿੱਤੀਆਂ ਸੀਗੀਆਂ ਤੇ ਅਸੀਂ ਕਾਫੀ ਲੋਕਾਂ ਨੂੰ ਜਿਹੜਾ ਹੈਗਾ ਹਸਪੀਟਲ ਵੀ ਪਹੁੰਚਾਇਆ ਸੀਗਾ। ਅਨਫੋਰਚੂਨੇਟਲੀ 14 ਲੋਕਾਂ ਦੀ ਡੈਥ ਹੋ ਚੁੱਕੀ ਹੈ ਤੇ ਤਾਂ ਜੋ ਇਹ ਡੈਥ ਕਾਊਂਟ ਹੋਰ ਨਾ ਵਧੇ ਇਸ ਰੀਜ਼ਨ ਨਾਲ ਸਾਡੀਆਂ ਜਿਹੜੀਆਂ ਟੀਮਸ ਹੈਗੀਆਂ ਉਹ ਡੋਰ ਟੂ ਡੋਰ ਮੈਡੀਕਲ ਟੀਮਸ ਡਾਕਟਰ ਸਾਹਿਬਾਨ ਦੇ ਨਾਲ ਡੋਰ ਟੂ ਡੋਰ ਰਾਤ ਤੋਂ ਹੀ ਅਸੀਂ ਸਾਰੇ ਹੀ ਜਿਨ੍ਹਾਂ ਨੇ ਵੀ ਇਹ ਸੇਵਨ ਕੀਤਾ ਹੋਵੇ ਭਾਵੇਂ ਉਹ ਸਿੰਪਟੋਮੈਟਿਕ ਨਾ ਵੀ ਹੋਣ ਅਸੀਂ ਇਨਸਿਸਟ ਕਰ ਰਹੇ ਹਾਂ ਕਿ ਉਹਨਾਂ ਦਾ ਅਸੀਂ ਇੱਕ ਵਾਰੀ ਦਾਖਲ ਕਰਾ ਕੇ ਇੱਕ ਵਾਰੀ ਚੈੱਕਅਪ ਕਰਾ ਦਈਏ। ਜੇ ਉਹ ਠੀਕ ਹੋਣਗੇ ਤਾਂ ਬਹੁਤ ਵਧੀਆ ਗੱਲ ਹੈ ਜੀ, ਬਟ ਅਸੀਂ ਇਨਸਿਸਟ ਕਰ ਰਹੇ ਹਾਂ ਕਿ ਇੱਕ ਵਾਰੀ ਉਹਨਾਂ ਦੀ ਟ੍ਰੀਟਮੈਂਟ ਐਂਡ ਚੈੱਕਅਪ ਜ਼ਰੂਰ ਹੋਵੇ। ਸੋ ਸਾਡੀਆਂ ਟੀਮਾਂ ਤਾਂ ਰਾਤ ਦੀਆਂ ਇੱਥੇ ਹੀ ਮੌਜੂਦ ਨੇ ਜੀ ਪਿੰਡਾਂ ਦੇ ਵਿੱਚ ਤੇ ਜਿਹੜੇ ਮੇਨ ਬੰਦੇ ਸੀਗੇ ਉਹ ਆਲਰੇਡੀ ਗ੍ਰਿਫਤਾਰ ਵੀ ਹੋ ਚੁੱਕੇ ਹੈ ਤੇ ਵੱਡਾ ਐਕਸ਼ਨ ਜਿਹੜਾ ਹੈਗਾ ਪੁਲਿਸ ਤੇ ਐਕਸਾਈਜ਼ ਦੀ ਜੁਆਇੰਟ ਟੀਮਸ ਰਾਹੀਂ ਜਿਹੜੇ ਸਪਲਾਈ ਚੇਨ ਹੈ ਉਸ ਤੇ ਵੀ ਲਿੱਤਾ ਜਾ ਰਿਹਾ ਹੈਗਾ। ਤੁਸੀਂ ਪਰਿਵਾਰਾਂ ਨੂੰ ਵੀ ਮਿਲੇ ਹੋ, ਉਹਨਾਂ ਨੇ ਕੀ ਦੱਸਿਆ ਕਿ ਕਦੋਂ ਤੋਂ ਇਹ ਸਾਰਾ ਸਿਲਸਿਲਾ ਚੱਲ ਰਿਹਾ ਸੀ ਜਿਹੜਾ ਸ਼ਰਾਬ? ਅਨਫੋਰਚੂਨੇਟਲੀ ਜਿਹੜੇ ਪਰਿਵਾਰ ਸੀਗੇ ਉਹ ਕਾਫੀ ਗਰੀਬ ਵਰਗ ਦੇ ਵੀ ਹੈਗੇ ਹੈ ਤੇ ਉਹ ਬੇਸਿਕਲੀ ਰੋਜ਼ਾਨਾ ਉਹਨਾਂ ਦੀ ਦਿਹਾੜੀ ਹੁੰਦੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਸੇਵਨ ਕੀਤਾ ਗਿਆ ਸੀਗਾ ਤੇ ਉਹ ਕਹਿੰਦੇ ਕਿ ਜਾਂ ਤੱਕ ਕੱਲ ਜਾਂ ਇੱਕ ਰਾਤ ਪਹਿਲਾਂ ਉਹਨਾਂ ਤੋਂ ਜਿਹੜੀ ਇਹ ਸੇਵਨ ਹੋਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਵੋਮਿਟਿੰਗ ਜਾਂ ਇਦਾਂ ਦੇ ਸਿੰਪਟਮਸ ਉਹਨਾਂ ਨੂੰ ਸ਼ੋ ਹੋਏ। ਸੋ ਕੁਛਾਂ ਨੇ ਤਾਂ ਆਪਣਾ ਹਿਸਾਬ ਨਾਲ ਇਲਾਜ ਇੱਥੇ ਜਿੱਦਾਂ ਲੋਕਲੀ ਕਰਾਉਣ ਦੀ ਕੋਸ਼ਿਸ਼ ਕੀਤੀ ਬਟ ਜਦੋਂ ਨਹੀਂ ਹੋਇਆ ਫਿਰ ਸਾਨੂੰ ਸ਼ਾਇਦ ਉਸ ਟਾਈਮ ਰਾਤ ਨੂੰ ਕਾਲਸ ਆਣੀ ਸ਼ੁਰੂ ਹੋ ਗਏ ਸੀਗੇ। ਉਸ ਟਾਈਮ ਤੇ ਅਸੀਂ ਡਾਕਟਰ ਦੀ ਟੀਮ ਰਸ਼ ਕੀਤੀ। ਜਿਹੜੇ ਲੋਕ ਮਰੇ ਨੇ ਉਹਨਾਂ ਦੇ ਸਿਰ ਤੇ ਹੀ ਘਰ ਚੱਲਦਾ ਸੀ ਤੇ ਕੋਈ ਉਹਨਾਂ ਦੇ ਲਈ ਕੋਈ ਮੁਆਵਜ਼ਾ? ਜਿਹੜੀ ਪੰਜਾਬ ਸਰਕਾਰ ਹੈ ਤੇ ਮਾਨਯੋਗ ਸੀਐਮ ਸਰ ਹੈ ਉਹਨਾਂ ਦੇ ਕਲੀਅਰ ਦਿਸ਼ਾ ਨਿਰਦੇਸ਼ ਹੈ। ਅਸੀਂ ਪੂਰੀ ਤਰ੍ਹਾਂ ਫੈਮਿਲੀਜ਼ ਨਾਲ ਖੜੇ ਹਾਂ, ਉਹਨਾਂ ਨੂੰ ਹਰ ਪੱਖੋਂ ਅਸੀਂ ਮਦਦ ਕਰ ਰਹੇ ਹਾਂ ਭਾਵੇਂ ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਹੈਗੀ ਹੈ ਜਾਂ ਉਹਨਾਂ ਦੀ ਆਰਥਿਕ ਸਹਾਇਤਾ ਅਸੀਂ ਉਹਨਾਂ ਨਾਲ ਖੜੇ ਹਾਂ। ਐਂਡ ਮੋਸਟ ਇੰਪੋਰਟੈਂਟਲੀ ਐਜ਼ ਆਫ ਨਾਓ ਵੀ ਸਾਡੀ ਟੀਮਸ ਇਹੀ ਟਰਾਈ ਕਰ ਰਹੀਆਂ ਕਿ ਇਹ ਹੁਣ ਹੋਰ ਚੀਜ਼ ਜਿਹੜੀ ਹੈ ਵਧੇ ਨਾ। ਅਸੀਂ ਹੁਣ ਵੀ ਡੋਰ ਟੂ ਡੋਰ ਜਾ ਰਹੇ ਹਾਂ ਬਿਕੋਜ਼ 24 ਘੰਟੇ ਹੁਣ ਵੀ ਸਾਡੇ ਲਈ ਥੋੜੇ ਜਿਹੇ ਉਹ ਹੁੰਦੇ ਆ ਕ੍ਰਿਟੀਕਲ। ਤੋ ਐਜ਼ ਪਰ
ਜਿਹੜੀ ਮੈਡੀਸਿਨ ਦੀ ਪ੍ਰੋਟੋਕਾਲ ਹੈ ਅਸੀਂ ਹੁਣ ਵੀ ਲੋਕਾਂ ਨੂੰ ਇੱਕ ਵਾਰੀ ਐਬੰਡੈਂਟ ਕੌਸ਼ਨ ਦੇ ਰਾਹੀਂ ਅਸੀਂ ਹਸਪੀਟਲ ਲੈ ਜਾ ਰਹੇ ਹਾਂ। ਹਸਪੀਟਲਾਈਜ਼ ਕਿੰਨੇ ਕੁ ਜਾਣੇ ਨੇ? ਐਜ਼ ਆਫ ਨਾਓ 5 ਜਣੇ ਹਸਪਤਾਲ ਦੇ ਵਿੱਚ ਨੇ ਜੀ, ਤੇ ਅਸੀਂ ਹੁਣ ਹੋਰ ਲੋਕ ਜਿਹੜੇ ਨੇ ਹੁਣ ਹੀ ਵੀ ਅਸੀਂ ਸ਼ਿਫਟ ਕੀਤੇ ਆ ਪਿੰਡ ਚੋਂ। ਸੋ ਅਸੀਂ ਲਗਾਤਾਰ ਵੈਦਰ ਸਿੰਪਟੋਮੈਟਿਕ ਹੈ, ਜਿੱਦਾਂ ਮੈਂ ਕਿਹਾ ਸਿੰਪਟੋਮੈਟਿਕ ਹੈ ਜਾਂ ਨਾ ਵੀ ਸਿੰਪਟੋਮੈਟਿਕ ਹੈਗੇ, ਅਸੀਂ ਇੱਕ ਵਾਰੀ ਉਹਨਾਂ ਨੂੰ देखिए गलती थी या नहीं थी, हम तो देश के आम लोग हैं। सरकार डिसीजन ले रही है। सरकार ने, मैं देख रहा था क्रोनोलॉजी सारे उसमें, शायद 22 तारीख के बाद में एक दिन कैबिनेट की मीटिंग से खबर आई थी 29 को शायद अप्रैल को, कि हमने सेना को खुली छूट दे दी है। तो जब सेना को खुली छूट दे दी थी और सेना जब ठीक से सब चीजों पे पकड़ बनाए हुए थी और पाकिस्तान इस स्थिति में आ गया था कि आपके सामने घुटने टेक के आपसे कह रहा है, मदद की गुहार लगा रहा है, हाथ जोड़ रहा है आपके सामने, फिर आपका दिल कैसे प्रशीष गया? सवाल तो है ना। बिना प्रधानमंत्री से लिखित समझौता कराए, और आप बता ही दें, रिपोर्ट्स आपके पास में है कि उसके बावजूद आपने सीजफायर कर लिया और वो कर रहे हैं अपना काम। लगातार न्यूक्लियर अटैक जो है पाकिस्तान दे रहा था, और प्रधानमंत्री ने भी कहा कि हम किसी भी तरीके से न्यूक्लियर अटैक की धमकी से नहीं डरेंगे। तो क्या लगता है कि कहीं ना कहीं न्यूक्लियर बॉम्ब्स या न्यूक्लियर वेपन्स का इस्तेमाल पाकिस्तान कर सकता था? ये भी एक वजह रही है। प्रधानमंत्री जी बताएं ना कि क्यों, क्या परिस्थितियां हो गई, ये तो प्रधानमंत्री जी को जवाब देना है। आप क्या मानते हैं अभी इस लड़ाई में भारत जीता है तो पाकिस्तान जीता है? देखिए, अभी ये सारे सवालों के जवाब आएंगे। भारतीय सेना ने जिस तरह से मुंह तोड़ जवाब दिया, हर एक भारतीय को लगा कि सिर्फ पहलगाम का बदला नहीं लिया गया है, भारत के सम्मान की रक्षा हुई है, भारतीय के सम्मान की रक्षा हुई है। हम सब मानते हैं कि पाकिस्तान एक टेररिस्ट स्टेट है और पाकिस्तान आतंकवाद को फैलाता है हमारे देश में। हमको उसके खिलाफ, पूरे देश के एक एक आदमी की इच्छा है कि उसके खिलाफ सख्त से सख्त कार्रवाई होनी चाहिए। और जब सेना इतने बड़ी बर्बर हमले के बाद कार्रवाई पर उतर रही थी, कार्रवाई कर रही थी और बहुत स्ट्रेटेजिक एडवांस पे थी, क्या परिस्थितियां थी कि आपने जो 4 दिन पहले कहा था हमने सेना को खुली छूट दी, आपने सेना के हाथ बांध दिए? फिरोजपुर में हमला हुआ था, डेथ हो गई है औरत की, परिवार पर हमला हुआ था, डेथ हो गई। इसीलिए मैंने कहा ना कि ये 26 परिवारों की बात नहीं है। पहलगाम के लोगों को न्याय नहीं मिला, मिला कि नहीं मिला? क्या सीज फायर से मिल गया? और ये जो महिला जिसकी आप बता रहे हैं, क्या इस महिला को न्याय मिल जाएगा इस सीज फायर से? एक तरफ तो विपक्ष लगातार सवाल खड़ा कर रहा है, दूसरी तरफ आज पूरे देश में विजय यात्रा, तिरंगा यात्रा बीजेपी निकाल रही है, आप उसको कैसे देखते हैं? मुझे पूरी उम्मीद है कि लोग जब बीजेपी के लोगों से सवाल पूछेंगे तो वो सवाल प्रधानमंत्री जी तक पहुंचेंगे, आपके माध्यम से भी ये सवाल पूछेंगे। ਤੇ ਮਨੀਸ਼ ਸਿਸੋਦੀਆ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਦੇ ਵੱਲੋਂ ਪੀਸੀ ਕੀਤੀ ਜਾ ਰਹੀ ਸੀ। ਪੀਐਮ ਨਰਿੰਦਰ ਮੋਦੀ ਤੋਂ ਕਈ ਸਵਾਲ ਸਾਬਕਾ ਡਿਪਟੀ ਸੀਐਮ ਦਿੱਲੀ ਦੇ ਮਨੀਸ਼ ਸਿਸੋਦੀਆ ਦੇ ਵੱਲੋਂ ਪੁੱਛੇ ਗਏ ਕਿ ਇੰਨੀ ਛੇਤੀ ਸੀਜ਼ ਫਾਇਰ ਕਿਉਂ ਕਰ ਦਿੱਤਾ ਗਿਆ। ਕਈ ਤਰ੍ਹਾਂ ਦੇ ਸਵਾਲ ਚੱਕੇ ਗਏ ਮਨੀਸ਼ ਸਿਸੋਦੀਆ ਦੇ ਵੱਲੋਂ ਕਿ ਜੇ ਭਾਰਤ ਦੀ ਫੌਜ ਇੰਨੀ ਮਜ਼ਬੂਤ